ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨਿਊਜ਼ ਚੈਨਲ ਨੂੰ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਅਸੀਂ ਫਿਰ ਹਾਜ਼ਰ ਹਾਂ ਹਫ਼ਤਾਵਾਰੀ ਲੜੀਵਾਰ ਇਤਿਹਾਸ ਲੈ ਕੇ, ਜੋ ਅਕਾਲ ਪੁਰਖ ਜੀ ਦੀ ਮਿਹਰ ਸਦਕਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਅਸੀਂ ਲੜੀਵਾਰ ਕਰ ਰਹੇ ਹਾਂ ਅਤੇ ਸਾਡਾ ਸਾਥ ਦੇ ਰਹੇ ਹਨ ਕਵੀਸ਼ਰ ਭਾਈ ਲਖਬੀਰ ਸਿੰਘ ਜੀ ਠੱਠਾ। ਇਹਨਾਂ को ਅਸੀਂ ਜਾਣਾਂਗੇ ਅੱਜ ਦੇ ਐਪੀਸੋਡ ਵਿੱਚ ਚੌਥੇ ਭਾਗ ਦੀ ਬਾਰੇ ਗਿਆਨ। ਸਤਿ ਸ਼੍ਰੀ ਅਕਾਲ ਠੱਠਾ ਸਾਹਿਬ। ਸਤਿ ਸ੍ਰੀ ਅਕਾਲ ਤੁਹਾਨੂੰ। ਸਤਿ ਸ੍ਰੀ ਅਕਾਲ ਤੁਹਾਨੂੰ। ਠੱਠਾ ਸਾਹਿਬ, ਲੜੀਵਾਰ ਇਤਿਹਾਸ ਚੱਲ ਰਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ, ਇਹਦੀ ਚੌਥੀ ਲੜੀ ਅੱਜ ਲੋਕਾਂ ਦੇ ਰੂਪ ਕਰੋ। ਦੇਸ਼ ਵਿਦੇਸ਼ ਵਿੱਚ ਵਤਨ ਦੀ ਮਿੱਟੀ ਨਿਊਜ਼ ਚੈਨਲ ਵੇਖ ਰਹੇ ਸਮੂਹ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੰਧੂ ਸਾਹਿਬ, ਅਸੀਂ ਤੀਜੀ ਲੜੀ ਦੇ ਵਿੱਚ ਪੰਡਿਤ ਹਰਦਿਆਲ ਜਦੋਂ ਆਇਆ ਘਰ, ਹਾਂਜੀ, ਉੱਥੋਂ ਤੱਕ ਪਹੁੰਚੇ ਸੀ। ਬਿਲਕੁਲ ਜੀ। ਪੰਡਿਤ ਹਰਦਿਆਲ ਜਦੋਂ ਘਰ ਵਿੱਚ ਆਇਆ ਤੇ ਇਹਨਾਂ ਨੇ ਇੱਕ ਪਟਵਾਰੀ ਸਾਹਿਬ ਨੇ ਆਪਣੇ ਘਰ ਦੇ ਵਿੱਚ ਥਾਂ ਨਿਯੁਕਤ ਕੀਤੀ, ਹਾਂਜੀ ਪੰਡਿਤ ਹੋਣਾ ਦੇ ਬਹਿਣ ਵਾਸਤੇ ਆਸਣ ਬਣਾਇਆ। ਹਾਂਜੀ। ਔਰ ਪੰਡਿਤ ਹਰਦਿਆਲ ਨੇ ਆਉਂਦਿਆਂ ਹੀ ਪਹਿਲਾਂ ਪਟਵਾਰੀ ਸਾਹਿਬ ਨੂੰ ਵਧਾਈ ਦਿੱਤੀ। ਹਾਂਜੀ। ਉਹਨਾਂ ਨੇ ਕਿਹਾ ਕਿ ਪਟਵਾਰੀ ਸਾਹਿਬ, ਮੇਰੇ ਵੱਲੋਂ ਤੁਹਾਨੂੰ ਸਾਰੇ ਹੀ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ ਹੋਣ ਇਸ ਬੇਟੇ ਦੇ ਜਨਮ ਹੋਣ 'ਤੇ, ਪ੍ਰਕਾਸ਼ ਹੋਣ 'ਤੇ। ਹਾਂਜੀ। ਔਰ ਇਸ ਪੰਡਿਤ ਦੀ ਜਲ ਪਾਣੀ ਰਾਹੀਂ ਸੇਵਾ ਕੀਤੀ ਗਈ। ਪਟਵਾਰੀ ਸਾਹਿਬ ਨੇ ਆਖਿਆ, ਪੰਡਿਤ ਜੀ, ਇਸ ਬੱਚੇ ਦਾ ਨਾਮ ਰੱਖਣਾ। ਹਾਂਜੀ। ਪੰਡਿਤ ਹਰਦਿਆਲ ਇੱਕੋ ਸਮਾਂ ਚੁੱਪ ਕਰ ਗਿਆ ਔਰ ਇਹਨੇ ਇੱਕ ਇੱਛਾ ਜ਼ਾਹਰ ਕੀਤੀ। ਕਹਿੰਦਾ, ਪਟਵਾਰੀ ਸਾਹਿਬ, ਮੇਰੀ ਇੱਕ ਦਿਲੀ ਇੱਛਾ ਹੈ ਕਿ ਮੈਂ ਉਸ ਬੱਚੇ ਦੇ ਜਨਮ ਦੇ ਲੱਛਣ ਜਿਹੜੇ ਉਹ ਜਾਣਨਾ ਚਾਹੁੰਦਾ। ਜਿਸ ਦਾਈ ਦੇ ਹੱਥਾਂ ਵਿੱਚ ਇਹ ਬੱਚਾ ਪੈਦਾ ਹੋਇਆ, ਉਸ ਦਾਈ ਨੂੰ ਬੁਲਾਇਆ ਜਾਵੇ ਤੇ ਮੈਨੂੰ ਜਾਣਕਾਰੀ ਦਿੱਤੀ ਜਾਵੇ। ਦਾਈ ਦੌਲਤਾ ਨੂੰ ਬੁਲਾਇਆ ਗਿਆ। ਦਾਈ ਦੌਲਤਾ ਨੂੰ ਪੰਡਿਤ ਹਰਦਿਆਲ ਨੇ ਪੁੱਛਿਆ ਕਿ ਜਦੋਂ ਇਹ ਬੱਚਾ ਪੈਦਾ ਹੋਇਆ ਉਸ ਸਮੇਂ ਦੇ ਕੀ ਲੱਛਣ ਸੀ। ਦਾਈ ਦੌਲਤ ਨੇ ਕਿਹਾ, ਪੰਡਿਤ ਜੀ, ਮੇਰੇ ਹੱਥਾਂ ਵਿੱਚ ਅਨੇਕਾਂ ਹੀ ਬਾਲਕ ਪੈਦਾ ਹੋਏ, ਪਰ ਜਦੋਂ ਇਹਨਾਂ ਦਾ ਪ੍ਰਕਾਸ਼ ਹੋਇਆ, ਇਹਨਾਂ ਦੇ ਲੱਛਣ ਜਿਹੜੇ ਸੀ ਦੂਸਰੇ ਬੱਚਿਆਂ ਨਾਲੋਂ ਵੱਖਰੇ ਸੀ। ਅੱਛਾ। ਦੂਸਰੇ ਬੱਚੇ ਜਿਹੜੇ ਪੈਦਾ ਹੁੰਦੇ ਸੀ ਉਹ ਰੋਣ ਦੀ ਆਵਾਜ਼ ਨੂੰ ਪੈਦਾ ਕਰਦੇ ਸੀ, ਔਰ ਜਦੋਂ ਇਹਨਾਂ ਦਾ ਪ੍ਰਕਾਸ਼ ਹੋਇਆ ਤੇ ਇਹਨਾਂ ਦੇ ਚਿਹਰੇ ਉੱਤੇ ਮੁਸਕਰਾਹਟ ਸੀ। ਹਾਂਜੀ। ਇਹਨਾਂ ਦਾ ਚਿਹਰਾ ਹੱਸੂ ਹੱਸੂ ਕਰਦਾ ਸੀ। ਪੰਡਿਤ ਹਰਦਿਆਲ ਕਹਿੰਦਾ, ਹੋਰ? ਕਹਿੰਦੀ ਜੀ, ਹੋਰ ਜਦੋਂ ਇਹਨਾਂ ਦਾ ਪ੍ਰਕਾਸ਼ ਹੋਇਆ ਤੇ ਕਮਰਾ ਇੱਕਦਮ ਰੋਸ਼ਨੀ ਨਾਲ ਭਰ ਗਿਆ। ਇੰਨਾ ਚਾਨਣ ਹੋਇਆ ਕਿ ਜਿਸ ਤਰ੍ਹਾਂ ਕਰੋੜਾਂ ਹੀ ਸੂਰਜਾਂ ਜਿੰਨਾ ਚਾਨਣ ਹੋਵੇ, ਇੰਨਾ ਚਾਨਣ ਹੋ ਗਿਆ। ਪੰਡਿਤ ਹਰਦਿਆਲ ਇਹ ਗੱਲਾਂ ਸੁਣ ਕੇ ਤੇ ਕੁਝ ਸੋਚੀ ਪੈ ਗਿਆ ਤੇ ਆਪਣੀ ਜੰਤਰੀ ਨੂੰ ਫੋਲਣ ਲੱਗਿਆ। ਹਾਂਜੀ। ਤੇ ਚੁੱਪ ਕਰਕੇ ਮਹਿਤਾ ਪਟਵਾਰੀ ਨੇ ਫਿਰ ਪੁੱਛਿਆ, ਪੰਡਿਤ ਜੀ, ਤੁਸੀਂ ਨਾਂ ਰੱਖਣ ਵਾਸਤੇ ਤੁਹਾਨੂੰ ਕਿਹਾ। ਇਹਨਾਂ ਕਿਹਾ, ਪਟਵਾਰੀ ਸਾਹਿਬ, ਇਹ ਜੋਤਿਸ਼ ਦੀਆਂ ਰੇਖਾਵਾਂ ਜਿਹੜੀਆਂ ਨੇ ਇੰਨੀਆਂ ਬਰੀਕ ਨੇ ਕਿ ਇਹਨਾਂ ਦਾ ਹਿਸਾਬ ਕਿਤਾਬ ਲਾਉਣਾ ਐਡਾ ਸੌਖਾ ਨਹੀਂ, ਇਹਦੇ ਵਿੱਚ ਸਮਾਂ ਲੱਗਦਾ। ਹਾਂਜੀ। ਅਸੀਂ, ਪਟਵਾਰੀ ਸਾਹਿਬ, ਮੇਰੀ ਇੱਕ ਰਾਏ ਹੈ ਕਿ ਮੈਂ ਇਹਨਾਂ ਦਾ ਅੱਜ ਤੋਂ 13ਵੇਂ ਦਿਨ ਆਣ ਕੇ ਨਾਮ ਰੱਖਾਂਗਾ। ਅੱਜ ਨਹੀਂ ਰੱਖਾਂਗਾ, ਅੱਜ ਤੋਂ 13ਵੇਂ ਦਿਨ ਨਾਮ ਰੱਖਾਂਗੇ ਇਹਨਾਂ ਦਾ। ਅੱਛਾ ਜੀ। ਪੰਡਿਤ ਵਾਪਸ ਚਲੇ ਗਿਆ। ਸਮਾਂ ਆਪਣੀ ਚਾਲੇ ਚੱਲਿਆ ਔਰ ਸਮਾਂ ਚੱਲਦਿਆਂ ਚੱਲਦਿਆਂ ਜਦੋਂ 13ਵਾਂ ਦਿਨ ਆਇਆ ਤੇ ਪੰਡਿਤ ਹਰਦਿਆਲ ਹੋਣਾ ਨੇ ਫਿਰ ਇਸ਼ਨਾਨ ਪਾਨ ਕੀਤਾ
ਚਿੱਟੀ ਧੋਤੀ ਬੱਧੀ ਹੈ, ਗਲ ਵਿੱਚ ਮਾਲਾ ਪਾਈ ਹੈ, ਮੱਥੇ ਤਿਲਕ ਲਾਇਆ ਤੇ ਉਹ ਜੰਤਰੀ ਕੱਛੇ ਮਾਰੀ ਹੋਈ ਤੇ ਹਰੇ ਰਾਮ ਦਾ ਨਾਅਰਾ ਲਾਉਂਦਾ ਹੋਇਆ ਠੀਕ ਉਸ ਮੰਦਰ ਦੇ ਸਾਹਮਣੇ ਦਰਵਾਜ਼ੇ ਅੱਗੇ ਆ ਗਿਆ, ਜਿਸ ਮੰਦਰ ਨੂੰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਪਾਗ ਲਾਏ ਸੀ। ਕਿਉਂਕਿ ਮੈਂ ਪਹਿਲੇ ਐਪੀਸੋਡ ਵਿੱਚ ਵੀ ਬੇਨਤੀ ਕਰ ਚੁੱਕਿਆ ਕਿ ਇਹ ਹੁਣ ਘਰ ਨਹੀਂ ਰਿਹਾ ਮਹਿਤਾ ਪਟਵਾਰੀ ਦਾ, ਹਾਂਜੀ, ਇਹ ਹਰਮੰਦਰ ਬਣ ਚੁੱਕਿਆ। ਕਿਉਂਕਿ ਇਹ ਪਾਵਨ ਗੁਰੂ का फरमान है, जिथे जाए बहे मेरा सतगुरु सो थान सुहावा राम। बिल्कुल बिल्कुल। और पंडित होना ਦਾ ਸਤਿਕਾਰ ਦੇ ਨਾਲ ਸਿਰ ਚੁੱਕਿਆ ਦਰਵਾਜ਼ੇ ਵਿੱਚੋਂ ਹੀ। ਅੱਛਾ ਜੀ। ਪੰਡਿਤ ਹਰਦਿਆਲ ਹੋਣੀ ਘਰ ਆਏ ਨੇ, ਆਪਣੀ ਨਿਜ ਕੀਤੀ ਹੋਈ ਥਾਂ ਤੇ ਬੈਠੇ ਨੇ। ਇਹਨਾਂ ਨੇ ਜੰਤਰੀ ਫੋਲੀ ਹੈ। ਜੰਤਰੀ ਫੋਲ ਕੇ ਕੁਝ ਸਮੇਂ ਬਾਅਦ ਇਹਨਾਂ ਨੇ ਕਿਹਾ, ਪਟਵਾਰੀ ਜੀ ਇਹਨਾਂ ਦਾ ਨਾਂ ਨਾਨਕ ਰੱਖਿਆ, ਨਿਕਲਿਆ ਨਾਨ। ਪਟਵਾਰੀ ਹੋਣੀ ਹੈਰਾਨ ਹੋ ਗਏ, ਕਹਿੰਦੇ ਪੰਡਿਤ ਜੀ ਇਹ ਕਿਸ ਤਰ੍ਹਾਂ ਦਾ ਨਾਂ ਹੈ? ਨਾ ਇਹ ਮੁਸਲਮਾਨਾਂ ਦਾ ਨਾਂ ਆ, ਨਾ ਇਹ ਹਿੰਦੂਆਂ ਦਾ ਨਾਂ ਆ। ਤੇ ਪੰਡਿਤ ਹਰਦਿਆਲ ਕਹਿੰਦਾ ਨਹੀਂ, ਇਹ ਨਾਂ ਜਿਹੜਾ ਇਹ ਸਰਬ ਸਾਂਝਾ ਹੈ। ਅਸਲ ਜੇ ਨਾਨਕ ਸ਼ਬਦ ਜਿਹੜਾ ਨਾ, ਹਾਂਜੀ, ਜੇ ਇਹਦੀ ਸੰਧੀ ਕੀਤੀ ਜਾਏ ਨਾ ਤੇ ਨਾ ਜਮਾ ਅਨਕ, ਜਦੋਂ ਅਸੀਂ ਨਾਨਕ ਨੇ ਐੜਾ ਖਤਮ ਹੋ ਜਾਂਦਾ। ਹਾਂਜੀ, ਨਾਨਕ। ਬਿਲਕੁਲ। ਪਟਵਾਰੀ ਸਾਹਿਬ ਨਾਂ ਤੋਂ ਭਾਵ ਹੈ ਕਿ ਨਹੀਂ, ਅਨਕ ਤੋਂ ਭਾਵ ਹੈ ਕਿ ਇਹਨਾਂ ਉੱਤੇ ਇਸ ਜਗਤ ਦੀ ਮਾਇਆ ਦਾ ਪ੍ਰਭਾਵ ਨਹੀਂ ਹੋਵੇਗਾ। ਇਹਨਾਂ ਉੱਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਕਿਸੇ ਚੀਜ਼ਾਂ ਦਾ ਵੀ ਕੋਈ ਅਸਰ ਨਹੀਂ ਹੋਵੇਗਾ। ਇਹ ਨਿਰਲੇਪ ਰਹਿਣਗੇ ਇਹਨਾਂ ਚੀਜ਼ਾਂ ਵੱਲ। ਅੱਛਾ। ਔਰ ਇਹਨਾਂ ਦੀ ਬੰਦਗੀ ਇੰਨੀ ਹੈ ਕਿ ਇਹਨਾਂ ਨੂੰ ਇਕੱਲੇ ਹਿੰਦੂ ਹੀ ਨਹੀਂ ਪੂਜਣਗੇ, ਇਹਨਾਂ ਨੂੰ ਮੁਸਲਮਾਨ ਵੀ ਪੂਜਣਗੇ। ਸਭੇ ਸਾਂਝੀ ਵਾਲ ਸਦਾਇਨ ਤੋਂ ਕਿਸਨ ਸੇ ਮਹਾਰਾਜ ਜੀ। ਇਹ ਇਹਨਾਂ ਨੇ ਨਾਨਕ ਨਾਮ ਰੱਖਿਆ। ਸਮਾਂ ਆਪਣੀ ਚਾਲੀ ਚੱਲਿਆ। ਹਾਂਜੀ। ਗੁਰੂ ਨਾਨਕ ਸਾਹਿਬ ਇਹਨਾਂ ਨੇ ਜਿੱਥੇ ਤ੍ਰਿਪਤਾ ਮਾਂ ਦੀ ਗੋਦੀ ਵਿੱਚ ਲੋਰੀਆਂ ਲਈਆਂ, ਹਾਂਜੀ, ਆਮ ਬੱਚਿਆਂ ਵਾਂਗ ਇਹਨਾਂ ਨੇ ਧਰਤੀ ਮਾਂ ਦੀ ਗੋਦ ਵਿੱਚ ਵੀ ਲੋਰੀਆਂ ਲਈਆਂ। ਅੱਛਾ। ਧਰਤੀ ਮਾਂ ਦੀ ਗੋਦ ਵਿੱਚ ਵੀ ਖੇਡੇ। ਉਮਰ ਦੇ ਤਕਾਜ਼ੇ ਨਾਲ ਉਮਰ 5 ਸਾਲ ਦੀ ਹੋਈ। ਹਾਂਜੀ। ਤੇ ਜਦੋਂ ਉਮਰ 5 ਸਾਲ ਦੀ ਹੋ ਜਾਵੇ ਨਾ ਤੇ ਫਿਰ ਮਾਂ ਬਾਪ ਨੂੰ ਫਿਕਰ ਬਣ ਜਾਂਦਾ ਵੀ ਇਹਦੀ ਕੋਈ ਵਿੱਦਿਆ ਦਾ ਪ੍ਰਬੰਧ ਕੀਤਾ ਜਾਏ। ਹਾਂਜੀ। ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ। ਵਿੱਦਿਆ, ਸਿਆਣੇ ਕਹਿੰਦੇ ਨੇ ਕਿ ਵਿੱਦਿਆ ਜਿਹੜਾ ਇਹ ਤੀਜਾ ਨੇਤਰ ਹੈ। ਹਾਂਜੀ। ਇਹਨਾਂ ਦੋ ਅੱਖਾਂ ਨਾਲ ਤੇ ਅਸੀਂ ਵੇਖ ਸਕਦੇ ਹਾਂ। ਬਿਲਕੁਲ ਜੀ। ਪਰ ਜਿਹੜਾ ਅਸੀਂ ਗਿਆਨ ਦੇ ਨੇਤਰ ਨਾਲ ਚੀਜ਼ ਵੇਖ ਸਕਦੇ ਉਹ ਇਹਨਾਂ ਅੱਖਾਂ ਨਾਲ ਨਹੀਂ ਵੇਖ ਸਕਦੇ। ਸਹੀ ਗੱਲ ਹੈ। ਤੀਜਾ ਨੇਤਰ ਨੂੰ ਤਾਂ ਕਿਹਾ ਗਿਆ। ਕਹਿੰਦੇ ਕਿ ਜੀ ਇਹਦੀ ਵਿੱਦਿਆ ਦਾ ਪ੍ਰਬੰਧ ਕੀਤਾ ਜਾਏ। ਹਾਂਜੀ। ਔਰ ਵਿੱਦਿਆ ਦਾ ਪ੍ਰਬੰਧ ਕਰਨ ਵਾਸਤੇ ਮਹਿਤਾ ਪਟਵਾਰੀ ਜੀ ਨੇ ਸੋਚਿਆ ਹੈ ਕਿ ਇਹਨਾਂ ਨੂੰ ਗੋਪਾਲ ਦਾਸ ਪਾਂਧੇ ਦੇ ਮਦਰਸੇ ਵਿੱਚ ਗੁਰਮੁਖੀ ਪੜ੍ਹਨ ਵਾਸਤੇ ਭੇਜਿਆ ਜਾਏ। ਹਾਂਜੀ। ਹੁਣ ਮਦਰਸਾ ਸ਼ਬਦ ਜਿਹੜਾ ਇਹਨੂੰ ਆਪਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਸਕੂਲ ਵੀ ਕਹਿੰਦੇ ਆ, ਇਹਨੂੰ ਆਪਾਂ ਕਾਲਜ ਵੀ ਕਹਿੰਦੇ ਆ, ਅਕੈਡਮੀ ਵੀ ਕਹਿੰਦੇ ਆ। ਬਿਲਕੁਲ। ਇਹ ਬੜੇ ਨਾਮ ਬਦਲੇ ਇਹਨਾਂ ਦੇ, ਬੜੇ ਨਾਮ। ਪਰ ਉਦੋਂ ਸਮਾਂ ਜਿਹੜਾ ਸੀ ਉਹ ਮਦਰਸਾ ਸੀ। ਗੋਪਾਲ ਦਾਸ ਪਾਂਧੇ ਦੇ ਮਦਰਸੇ ਵਿੱਚ ਗੁਰੂ ਨਾਨਕ ਸਾਹਿਬ ਨੂੰ ਦਾਖਲ ਕਰਾਉਣ ਵਾਸਤੇ ਮਹਿਤਾ ਪਟਵਾਰੀ ਜੀ ਨੇ ਇਹਨੂੰ, ਬਾਬਾ ਨਾਨਕ ਜੀ ਨੂੰ, ਇਹਨਾਂ ਨੂੰ ਨਾਲ ਲਿਆ, ਉਂਗਲ ਲਾਇਆ ਤੇ ਤੁਰੇ ਜਾ ਰਹੇ ਨੇ। ਮਦਰਸੇ ਵਿੱਚ ਜਦ ਪਹੁੰਚੇ ਆ ਤੇ ਗੋਪਾਲ ਦਾਸ ਨੇ ਵੇਖਿਆ ਕਿ ਮਹਿਤਾ ਜੀ ਅੱਜ ਕਿਵੇਂ ਆਉਣੇ ਹੋਏ ਆ। ਹਾਂਜੀ। ਬਾਂਦਾ ਜੀ, ਆਹ ਸਾਡਾ ਪੁੱਤਰ ਹੈ, ਇਹਨੂੰ ਗੁਰਮੁਖੀ ਪੜ੍ਹਾਉਣ ਦਾ ਵਿਚਾਰ ਬਣਾਇਆ। ਹਾਂਜੀ। ਤੇ ਮਨ ਬਣਿਆ ਕਿ ਤੁਹਾਡਾ ਬੜਾ ਤਜਰਬਾ ਗੁਰਮੁਖੀ ਪੜ੍ਹਾਉਣ ਦੇ ਵਿੱਚ, ਮਨ ਬਣਿਆ ਕਿ ਤੁਹਾਡੇ ਕੋਲੋਂ ਇਹਨੂੰ ਸਿੱਖਿਆ ਦਿੱਤੀ ਜਾਵੇ। ਬਿਲਕੁਲ। ਗੁਰਮੁਖੀ ਦੀ। ਪਟਵਾਰੀ ਸਾਹਿਬ ਜਿਵੇਂ ਤੁਸੀਂ ਕਹਿੰਦੇ, ਇਹਨਾਂ ਨੇ ਨਾਨਕ ਜੀ ਨੂੰ ਰੱਖ ਲਿਆ
ਮਹਿਤਾ ਪਟਵਾਰੀ ਜੀ ਵਾਪਸ ਆ ਗਏ ਨੇ। ਇੱਕ ਦੋ ਦਿਨ ਇਹਨਾਂ ਨੇ ਸਬਕ ਪੜ੍ਹਾਇਆ ਕਿ ਕਾਕਾ ਜੀ ਪੜ੍ਹੋ ਗੁਰਮੁਖੀ, ਪਰ ਬਾਬਾ ਨਾਨਕ ਜੀ ਨੇ ਤੇ ਇਹ ਵਿਚਾਰ ਬਣਾਇਆ ਸੀ ਕਿ ਜਿਹੜੇ ਹੰਕਾਰ ਦੇ ਘੋੜੇ 'ਤੇ ਚੜ੍ਹੇ ਹੋਏ ਲੋਕ ਨੇ, ਭਾਵੇਂ ਵਿੱਦਿਆ ਦਾ ਹੰਕਾਰ ਹੈ, ਭਾਵੇਂ ਮਾਇਆ ਦਾ ਹੰਕਾਰ ਹੈ, ਭਾਵੇਂ ਜਾਤੀ ਦਾ ਹੰਕਾਰ ਹੈ, ਕੋਈ ਵੀ ਹੰਕਾਰ ਹੈ, ਇਹਨਾਂ ਦਾ ਹੰਕਾਰ ਗੁਰੂ ਕੀ ਬਾਣੀ ਦੇ ਤੀਰ ਮਾਰ ਕੇ ਦੂਰ ਕੀਤਾ ਜਾਏ। ਬਿਲਕੁਲ, ਇਹਨਾਂ ਦਾ ਮਨ ਸਾਫ਼ ਕੀਤਾ ਜਾਏ। ਸਹੀ ਗੱਲ। ਜਦੋਂ ਇੱਕ ਦੋ ਦਿਨ ਪੜ੍ਹਨ ਵਾਸਤੇ ਕਿਹਾ ਗੁਰਮੁਖੀ, ਤੇ ਤੀਜੇ ਦਿਨ ਬਾਬਾ ਨਾਨਕ ਜੀ ਨੇ ਕਿਹਾ ਕਿ ਪਾਂਧਾ ਜੀ, ਜਿਹੜੀ ਗੁਰਮੁਖੀ ਤੁਸੀਂ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ, ਕੀ ਤੁਸੀਂ ਆਪ ਪੜ੍ਹੀ ਹੈ? ਅੱਛਾ ਜੀ। ਤੇ ਜਦੋਂ ਇੱਕ ਵਿਦਿਆਰਥੀ ਮਾਸਟਰ ਨੂੰ ਕਹਿ ਦੇਵੇ ਕਿ ਮਾਸਟਰ ਜੀ ਤੁਸੀਂ ਆਹ ਵਿਦਿਆ ਆਪ ਪੜ੍ਹੀ ਹੈ, ਤੇ ਅੱਧਾ ਤੇ ਹੰਕਾਰ ਉਹਦਾ ਉਤਰਾ ਹੀ ਦੂਰ ਹੋ ਜਾਂਦਾ। ਬਿਲਕੁਲ ਜੀ, ਬਿਲਕੁਲ। ਜਦੋਂ ਇਹ ਗੱਲ ਗੋਪਾਲ ਦਾਸ ਨੂੰ ਕਹੀ ਹੈ, ਤੇ ਗੋਪਾਲ ਦਾਸ ਨੇ ਕਿਹਾ, ਹਾਂ ਮੈਂ ਗੁਰਮੁਖੀ ਦੇ ਵਿੱਚ ਅਨਪੁੰਨਿਆ, ਮੈਂ ਗੁਰਮੁਖੀ ਤਜਰਬਾ ਮੈਨੂੰ ਗੁਰਮੁਖੀ ਪੜ੍ਹਾਉਣ ਦਾ, ਤਾਂ ਹੀ ਤਾਂ ਮੈਂ ਤੁਹਾਡੇ ਵਰਗੇ ਬੱਚਿਆਂ ਨੂੰ ਪੜ੍ਹਾਉਂਦਾ ਹੈ। ਬਿਲਕੁਲ ਜੀ। ਤੇ ਬਾਬਾ ਨਾਨਕ ਜੀ ਨੇ ਇਹ ਗੱਲ ਕਹੀ, ਪਾਂਧਾ ਜੀ ਜੇ ਆਹ ਗੁਰਮੁਖੀ ਪੜ੍ਹੀ ਹੈ ਤਾਂ ਮੈਨੂੰ ਪੜ੍ਹਾ ਦਿਓ। ਸੱਸੈ ਸੋਏ ਸੇਠ ਜਿਨ ਸਾਜੀ, ਸਭਨਾ ਸਾਹਿਬ ਏਕ ਭਇਆ, ਊੜੇ ਉਪਮਾ ਤਾਂ ਕੀ ਕੀਜੈ, ਜੰਗ ਕਾ ਅੰਤ ਨਾ ਪਾਇਆ। ਜੇ ਤੇ ਇਹ ਗੁਰਮੁਖੀ ਪੜ੍ਹੀ ਹੈ ਤੇ ਮੈਨੂੰ ਪੜ੍ਹਾ ਦਿਓ, ਨਹੀਂ ਪੜ੍ਹੀ ਤੇ ਮੈਨੂੰ ਗਾਂ ਸਬਕ ਦੇਣ ਦੀ ਲੋੜ ਨਹੀਂ। ਬਿਲਕੁਲ ਜੀ। ਇਹ ਸ਼ਬਦ ਜਿਹੜੇ ਗੁਰੂ ਨਾਨਕ ਦੇਵ ਜੀ ਨੇ 5 ਸਾਲ ਦੀ ਉਮਰ 'ਚ ਇੱਕ ਸਕੂਲ 'ਚ ਕਹੇ? ਹਾਂਜੀ, ਸਕੂਲ 'ਚ ਗਏ। ਬਹੁਤ ਵਧੀਆ ਗੱਲ। ਜਦੋਂ ਗੁਰਮੁਖੀ ਦੇ ਅੱਖਰ ਕਹੇ, ਬਾਬਾ ਨਾਨਕ ਜੀ ਨੇ ਬਾਣੀ ਦੇ ਤੀਰ ਮਾਰੇ, ਹਾਂਜੀ। ਉਹਦੇ ਮਨ ਦਾ ਹੰਕਾਰ ਦੂਰ ਹੋ ਗਿਆ। ਉਹਨੇ, ਕਿਉਂਕਿ ਪਾਵਨ ਫਰਮਾਨ ਹੈ ਭੁੱਲਣ ਅੰਦਰ ਸਭ ਕੋ ਉਪੁੱਲ ਗੁਰੂ ਕਰਤਾਰ ਹੈ। ਪਾਂਧਾ ਜੀ ਨੇ ਹੱਥ ਜੋੜ ਕੇ ਬਾਬਾ ਨਾਨਕ ਜੀ ਕੋਲੋਂ ਮਾਫ਼ੀ ਮੰਗੀ, ਚਰਨਾਂ 'ਤੇ ਸਿਰ ਰੱਖ ਕੇ ਅੱਗੋਂ ਸਾਰੀ ਰਹਿਣ ਦਾ ਪ੍ਰਣ ਲਿਆ। ਇਹਨਾਂ ਨੂੰ ਮਹਿਤਾ ਪਟਵਾਰੀ ਜੀ ਨੇ ਵਿਚਾਰ ਬਣਾਇਆ ਕਿ ਕਿਉਂਕਿ ਸਾਡਾ ਵੀ ਬੱਚਾ ਜੋ ਕਿ ਸਕੂਲ ਵਿੱਚੋਂ ਵਿੱਦਿਆ ਪ੍ਰਾਪਤ ਕਰਦਾ ਹੈ ਨਾ, ਹਾਂਜੀ ਹਾਂਜੀ, ਤੇ ਫਿਰ ਅਜੋਕੇ ਮਾਂ ਪਿਓ ਦਾ ਵੀ ਵਿਚਾਰ ਬਣਦਾ ਕਿ ਇਹਨੂੰ ਕੋਈ ਹੋਰ ਉੱਚੀ ਵਿੱਦਿਆ ਪੜ੍ਹਾਈ ਜਾਵੇ। ਬਿਲਕੁਲ ਜੀ। ਮਹਿਤਾ ਪਟਵਾਰੀ ਜੀ ਦਾ ਵੀ ਐਸਾ ਹੀ ਹੋਇਆ। ਉਹਨਾਂ ਨੇ ਸੋਚਿਆ ਚਲੋ ਗੁਰਮੁਖੀ ਪੜ੍ਹ ਲਈ ਇਹਨਾਂ ਨੇ, ਇਹਨਾਂ ਨੂੰ ਫਾਰਸੀ ਪੜ੍ਹਾਉਣ ਦਾ ਪ੍ਰਬੰਧ ਕਰੀਏ। ਫਾਰਸੀ ਵੀ ਪੜ੍ਹਾਉਣੀ ਚਾਹੀਦੀ ਹੈ। ਫਾਰਸੀ ਪੜ੍ਹਾਉਣ ਵਾਸਤੇ ਇਹਨਾਂ ਨੇ ਮੌਲਾਨਾ ਕੁਤਬਦੀਨ ਦੇ ਮਦਰਸੇ ਦੀ ਚੋਣ ਕੀਤੀ। ਹਾਂਜੀ। ਪਰ ਜੋ ਉਹਨਾਂ ਦੇ ਮਦਰਸੇ ਵਿੱਚ ਗਏ ਨੇ, ਬਾਬਾ ਨਾਨਕ ਜੀ ਨੂੰ ਦਾਖਲ ਕਰਵਾਇਆ, ਭਾਵੇਂ ਕਿ ਬਾਬਾ ਨਾਨਕ ਜੀ ਕੁੱਲ ਵਿੱਦਿਆ ਦੇ ਆਪ ਮਾਲਕ ਸਨ, ਕਿਉਂਕਿ ਬਾਣੀ ਦਾ ਫਰਮਾਨ ਹੈ, ਆਪ ਨਾਰਾਇਣ ਕਲਾ ਤਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਤੇ ਆਪ ਨਾਰਾਇਣ ਸੀ, ਅਕਾਲ ਪੁਰਖ ਸੀ। ਉਹਨਾਂ ਕੋਲ ਕਿਹੜੀ ਵਿੱਦਿਆ ਕਦੇ ਲੁਕੀ ਸੀ? ਬਿਲਕੁਲ ਜੀ। ਉਹ ਤੇ ਕੁੱਲ ਵਿੱਦਿਆ ਦੇ ਮਾਲਕ ਸੀ। ਪਰ ਇੱਕ ਸੰਸਾਰ ਦੀ ਮਰਿਆਦਾ ਨੂੰ ਕਾਇਮ ਰੱਖਣ ਵਾਸਤੇ ਉਹਨਾਂ ਨੇ ਇਹ ਸਭ ਕੁਝ ਕੀਤਾ। ਦੂਸਰੇ ਨੰਬਰ 'ਤੇ ਉਹਨਾਂ ਨੇ, ਜਿਹੜੇ ਮੈਂ ਪਹਿਲਾਂ ਬੇਨਤੀ ਕਰ ਚੁੱਕਾ ਕਿ ਹੰਕਾਰ ਦੇ ਘੋੜੇ 'ਤੇ ਚੜ੍ਹੇ ਹੋਏ ਲੋਕ ਜਿਹੜੇ ਸੀ ਨਾ, ਉਹਨਾਂ ਦਾ ਹੰਕਾਰ ਦੂਰ ਕਰਨ ਵਾਸਤੇ ਇਹ ਸਭ ਕੁਝ ਕੀਤਾ। ਮੌਲਾਨਾ ਕੁਤਬਦੀਨ ਇਹਨਾਂ ਕੋਲ ਗਏ ਨੇ, ਇਹਨਾਂ ਨੇ ਵੀ ਕਿਹਾ ਕਾਕਾ ਜੀ ਪੜ੍ਹੋ ਫਾਰਸੀ। ਇਹਨਾਂ ਨੇ, ਬਾਬਾ ਨਾਨਕ ਜੀ ਨੇ ਪੜ੍ਹੀ ਹੈ। ਅਗਲਾ ਦਿਨ ਗਿਆ, ਚੜ੍ਹਿਆ, ਫਿਰ ਗਏ ਨੇ, ਫਿਰ ਪੜ੍ਹਾਈ ਹੈ ਫਾਰਸੀ। ਜਦੋਂ ਤੀਸਰਾ ਦਿਨ ਹੋਇਆ ਨਾ, ਜਦੋਂ ਮੌਲਾਨਾ ਕੁਤਬਦੀਨ ਨੇ ਤੀਸਰੇ ਦਿਨ ਇਹਨਾਂ ਨੂੰ ਕਿਹਾ ਕਿ ਕਾਕਾ ਜੀ ਪੜ੍ਹੋ ਫਾਰਸੀ, ਤੇ ਬਾਬਾ ਨਾਨਕ ਨੇ ਸੋਚਿਆ ਕਿ ਇਹਦਾ ਵੀ ਮਨ ਸਾਫ਼ ਕਰ ਦੇਣਾ ਚਾਹੀਦਾ ਹੈ। ਇਹ ਵੀ ਹੰਕਾਰ ਦੇ ਘੋੜੇ ਚੜ੍ਹਿਆ ਫਿਰਦਾ। ਕਹਿੰਦੇ ਕਿ ਮੌਲਵੀ ਸਾਹਿਬ, ਜਿਹੜੀ ਫਾਰਸੀ ਤੁਸੀਂ ਮੈਨੂੰ ਪੜ੍ਹਾਉਣਾ ਚਾਹੁੰਦੇ ਹੋ, ਹਾਂਜੀ, ਕੀ ਉਹ ਫਾਰਸੀ ਤੁਸੀਂ ਆਪ ਪੜ੍ਹੀ ਹੈ? ਤੇ ਮੌਲਾਨਾ ਕੁਤਬਦੀਨ ਹੈਰਾਨ ਹੋ ਗਿਆ। ਮਨ 'ਚ ਸੋਚਣ ਲੱਗਿਆ ਕਿ ਮੈਂ ਆਪ ਤੇ ਫਾਰਸੀ ਪੜ੍ਹੀ ਹੈ, ਮੈਂ ਵਿੱਦਿਆ ਫਾਰਸੀ ਦੀ ਵਿੱਦਿਆ ਵਿੱਚ ਨਿਪੁੰਨ ਹੈ, ਇਸ ਬੱਚੇ ਨੇ ਅੱਜ ਇਹ ਕਿਹੜਾ ਸਵਾਲ ਕੀਤਾ ਮੈਨੂੰ? ਹਾਂਜੀ। ਥੋੜ੍ਹੇ ਸਮੇਂ ਬਾਅਦ ਕਿਹਾ, ਹਾਂ ਪੁੱਤਰ, ਮੈਂ ਫਾਰਸੀ ਦੀ ਵਿੱਦਿਆ ਵਿੱਚ ਨਿਪੁੰਨ ਹੈ, ਤਾਂ ਹੀ ਤਾਂ ਮੈਂ ਤੁਹਾਨੂੰ, ਤੁਹਾਡੇ ਵਰਗੇ ਬੱਚਿਆਂ ਨੂੰ ਪੜ੍ਹਾਉਣਾ, ਤਾਂ ਹੀ ਤਾਂ ਮੈਨੂੰ ਇਹ ਮਾਣ ਪ੍ਰਾਪਤ ਹੋਇਆ ਕਿ ਮੈਂ ਤੁਹਾਡੇ ਵਰਗੇ ਬੱਚਿਆਂ ਨੂੰ ਪੜ੍ਹਾਵਾਂ, ਵਿੱਦਿਆ ਪੜ੍ਹਾਵਾਂ ਫਾਰਸੀ ਦੀ।
ਕਹਿੰਦੇ ਮੌਲਵੀ ਸਾਹਿਬ, ਬਾਬਾ ਨਾਨਕ ਜੀ ਕਹਿੰਦੇ ਕਿ ਮੌਲਵੀ ਸਾਹਿਬ, ਜੇ ਤੁਸਾਂ ਫਾਰਸੀ ਦੀ ਵਿਦਿਆ ਪੜ੍ਹੀ ਹੈ, ਇਹ ਵਿਦਿਆ ਫਾਰਸੀ ਜੇ ਤੁਸੀਂ ਪੜ੍ਹੀ ਹੈ ਤਾਂ ਮੈਨੂੰ ਪੜ੍ਹਾ ਦਿਓਗਾ, ਜੇ ਨਹੀਂ ਪੜ੍ਹੀ ਤੇ ਫਿਰ ਗਾਂ ਪੜ੍ਹਾਉਣ ਦੀ ਲੋੜ ਨਹੀਂ। ਕਿਹੜੀ ਫਾਰਸੀ? ਬਾਬਾ ਜੀ ਨੇ ਕੀ ਉਪਦੇਸ਼ ਦਿੱਤਾ ਮੌਲਵੀ ਸਾਹਿਬ ਨੂੰ, ਜਿਹੜਾ ਕਿ ਤਲੰਗ ਰਾਗ ਦਾ ਪਹਿਲਾ ਸ਼ਬਦ ਹੈ, ਜਿੱਥੋਂ ਤਲੰਗ ਰਾਗ ਸ਼ੁਰੂ ਹੁੰਦਾ ਨਾ ਗੁਰੂ ਗ੍ਰੰਥ ਸਾਹਿਬ, ਹਾਂਜੀ ਹਾਂਜੀ ਉਹ ਸ਼ਬਦ ਹੈ, ਜਕ ਅਰਜਗੋਸਤਮ ਪੇਸ ਤੋਂ ਦਰਗੋਸ ਕੋਨ ਕਰਤਾਰ, ਅਕਾ ਕਬੀਰ ਕਰੀਮ ਤੂੰ ਬੇ ਐ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਜਨ ਪਿਸਰ ਪਦਰ ਬਿਰਾਰਾਂ ਕਸਦੇਸ਼ ਦਸਤੰਗੀਰ, ਆਖਰ ਬਿਹਤਨ ਕਸਨਾ ਦਾਰ ਚੂੰ ਸਤਗਬੀਰ, ਸਭ ਰੋਜ਼ ਗਸਤਮ ਦਰ ਹਵਾ ਕਰਦੇ ਮਦੀ ਖਿਆਲ, ਗਾਹੇ ਨਾ ਨੇਕੀ ਕਾਰ ਕਰਦਮ ਮਮੀ ਚਿਨੀ ਅਹਵਾਲ, ਬਦ ਬਖਤ ਹਮ ਚੋਂ ਬਖੀਲ ਗਾਫਰ ਬੇਨਜ਼ਰ ਬਿਕਾਕ, ਨਾਨਕ ਬਗੋਏ ਜੰਤੂਰਾਂ ਤੇਰੇ ਚੱਕਰਾਂ। ਸਾਡਾ ਸੰਪੂਰਨ ਹੋਇਆ। ਅਗਲੀ ਲੜੀ ਜੋੜਨ ਲਈ ਅਸੀਂ ਫੇਰ ਮਿਲਾਂਗੇ ਤੁਹਾਨੂੰ। ਬਹੁਤ ਬਹੁਤ ਧੰਨਵਾਦ।